ਹੈਲੋ ਸਟੂਡੈਂਟਸ, ਉਮੀਦ ਕਰਦਾ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਤੇ ਬਹੁਤ ਹੀ ਵਧੀਆ ਢੰਗ ਨਾਲ ਜਿਹੜੀ ਆਪਣੀ ਸਟੱਡੀ ਆ ਉਹ ਕਰ ਰਹੇ ਹੋਵੋਗੇ। ਸੋ ਕੁਐਸਚਨ ਹੈ ਸਾਡੇ ਕੋਲ ਐਕਸਰਸਾਈਜ਼ 5.2 ਦਾ ਕਲਾਸ 10 ਦਾ 6th ਕੁਐਸਚਨ, ਜਿਸ ਵਿੱਚ ਸਾਡੇ ਕੋਲ ਇੱਕ ਏਪੀ ਦਿੱਤੀ ਗਈ ਹੈ 11852 ਦਾ ਇੱਕ ਪਦ ਇੱਕ ਟਰਮ -150 ਹੈ। ਦੱਸਣਾ ਹੈ ਅਸੀਂ ਕਿਉਂ। is -150 is a term of AP and Y। ਸੋ ਦੇਖਦੇ ਹਾਂ। ਸੋ ਸਭ ਤੋਂ ਪਹਿਲਾਂ ਜੋ AP ਸਾਡੇ ਕੋਲ ਹੈ ਉਹ ਹੈ 11, 8, 5 ਤੇ 2। ਸੋ ਡੈਸ਼। ਸੋ ਨਾਲ ਤੁਹਾਨੂੰ ਲਿਖਿਆ ਕਿ ਦੱਸੋ ਕਿ 150 ਜਿਹੜਾ ਹੈ -150 ਹੈ ਸਾਡੇ ਕੋਲ, ਉਹ ਇਸ AP ਦੀ ਟਰਮ ਹੈ ਜਾਂ ਨਹੀਂ ਹੈ। ਸੋ ਇਹਦਾ ਮਤਲਬ ਕਿ ਜਿਹੜਾ -150 ਇਸ ਦੇ ਵਿੱਚ ਕੋਈ ਟਰਮ ਹੈ ਸਾਡੇ ਕੋਲ ਹੋਰ ਤਾਂ ਕੋਈ ਟਰਮ ਨਹੀਂ ਦਿੱਤੀ। -150 ਗੱਲ ਕੀਤੀ ਅਸੀਂ ਲਾਸਟ ਵਿੱਚ -150 ਜਿਹੜਾ ਉਹ ਲਿਖ ਲੈਂਦੇ ਹਾਂ। ਸੋ ਇਸ ਦੇ ਵਿੱਚ ਸਾਡੇ ਕੋਲ A1 ਜਿਹੜਾ ਕਿੰਨਾ ਆਉਂਦਾ ਹੈ 11, A2 ਕਿੰਨਾ ਆਉਂਦਾ ਸਾਡੇ ਕੋਲ 8 ਤੇ ਸਾਡੇ ਕੋਲ ਜਿਹੜਾ AN ਹੈ ਸਾਡੇ ਕੋਲ ਲਾਸਟ ਟਰਮ ਅਸੀਂ -150 ਰੱਖੀ ਹੈ। ਸੋ ਸਭ ਤੋਂ ਪਹਿਲਾਂ ਅਸੀਂ D ਫਾਈਂਡ ਕਰਾਂਗੇ। D ਸਾਡੇ ਕੋਲ ਆਏਗਾ A2 -A1। ਸੋ D ਆਉਂਦਾ ਸਾਡੇ ਕੋਲ 8 -11। ਸੋ D ਆ ਗਿਆ ਸਾਡੇ ਕੋਲ -3, ਕਿਉਂਕਿ ਸਮਾਲ ਵੈਲਿਊ ਹੈ ਸਾਡੇ ਕੋਲ 8 ਤੇ ਗ੍ਰੇਟਰ ਵੈਲਿਊ ਹੈ -11, ਇਸ ਕਰਕੇ ਆਨਸਰ ਮਾਈਨਸ ਵਿੱਚ ਆ ਰਿਹਾ ਹੈ। ਸੋ ਇੱਕ ਗੱਲ ਦੀ ਧਿਆਨ ਰੱਖਣਾ ਹੈ ਕਿ ਤੁਹਾਡੇ ਕੋਲ ਜਦੋਂ ਵੀ ਕੁਐਸਚਨ ਇਸ ਤਰ੍ਹਾਂ ਇੱਕ AP 'ਚ ਰਹਿੰਦਾ ਹੈ ਤਾਂ ਤੁਹਾਡੇ ਕੋਲ ਲਾਸਟ ਟਰਮ ਆ ਜਾਂਦੀ ਹੈ, ਤਾਂ ਤੁਸੀਂ ਹਮੇਸ਼ਾ ਪਹਿਲਾਂ ਲਾਸਟ ਟਰਮ ਦਾ ਫਾਰਮੂਲਾ ਹੀ ਲਗਾਉਣਾ ਹੈ। ਸੋ ਲਾਸਟ ਟਰਮ ਦਾ ਫਾਰਮੂਲਾ ਤੁਸੀਂ ਲਗਾਓਗੇ ਤਾਂ ਤੁਹਾਨੂੰ ਆਲਰੇਡੀ ਕਲੀਅਰ ਹੋ ਜਾਏਗਾ ਕਿ ਅਸੀਂ ਕਿਹੜੀ ਚੀਜ਼ ਜਿਹੜੀ ਉਹ ਪ੍ਰਾਪਤ ਕਰਨੀ ਹੈ। ਸੋ AN ਦਾ ਫਾਰਮੂਲੇ ਤੇ ਆਉਂਦੇ ਹਾਂ। AN is equal to A plus N minus 1 D। AN -150, A ਕਿੰਨਾ ਹੈ ਸਾਡੇ ਕੋਲ 11 plus N ਫਾਈਂਡ ਕਰਨਾ ਹੈ। D ਕਿੰਨਾ ਹੈ ਸਾਡੇ ਕੋਲ -3। ਸੋ ਇਹ ਆ ਗਿਆ ਸਾਡੇ ਕੋਲ -150, 11 ਜੋ ਹੈ ਸਾਡੇ ਕੋਲ ਸਾਈਡ ਤੇ ਮਾਈਨਸ ਹੋ ਗਿਆ ਇਜ਼ ਇਕੁਅਲ ਟੂ ਰਹਿ ਜਾਏਗਾ N-1 -3। ਸੋ ਇਸ ਤੋਂ ਬਾਅਦ ਸਾਡੇ ਕੋਲ ਕੀ ਆਉਂਦਾ ਹੈ -150 -11 ਮਾਈਨਸ ਪਲੱਸ ਹੋ ਗਿਆ। ਸਾਡੇ ਕੋਲ ਦੋਵੇਂ ਸਾਈਨ ਸਾਡੇ ਕੋਲ ਸੇਮ ਨੇ ਤਾਂ ਸਾਡੇ ਕੋਲ ਪਲੱਸ ਹੋਏਗਾ। ਦੋਵੇਂ ਸਾਈਨ ਮਾਈਨਸ ਹੋਣ ਬੇਸ਼ੱਕ ਪਲੱਸ ਹੋਣ ਤਾਂ ਸਾਡੇ ਕੋਲ ਹਮੇਸ਼ਾ ਪਲੱਸ ਹੀ ਹੁੰਦਾ ਹੈ। ਇਹ ਆ ਗਿਆ ਸਾਡੇ ਕੋਲ -161 ਇਜ਼ ਇਕੁਅਲ ਟੂ ਕੀ ਆਉਂਦਾ ਸਾਡੇ ਕੋਲ N-1 -3। ਸੋ ਦੇਖੋ ਇੱਕ ਦੋ ਸਾਈਡ ਤੇ ਸਾਡੇ ਕੋਲ ਜੋ ਫੈਕਟਰ ਜਿਹੜੇ ਨੇ ਆ ਜਾਂਦੇ ਹਨ, ਮਾਈਨਸ ਨਾਲ ਮਾਈਨਸ ਸਾਡਾ ਇਹ ਕੈਂਸਲ ਹੋ ਜਾਏਗਾ। ਸਾਡੇ ਕੋਲ ਰਹਿ ਗਿਆ 161 ਇਜ਼ ਇਕੁਅਲ ਟੂ N-1 3। ਕਲੀਅਰ। ਹੁਣ ਸਾਡੇ ਕੋਲ ਆਏਗਾ 161 ਓਵਰ ਆ ਗਿਆ 3, ਇੱਧਰ ਰਹਿ ਗਿਆ ਸਾਡੇ ਕੋਲ N-1। ਸੋ ਇਹ ਆ ਗਿਆ 161 ਓਵਰ 3 ਪਲੱਸ 1 ਹੋ ਜਾਏਗਾ N-161 3 1 3 ਓਵਰ 3 ਇਜ਼ ਇਕੁਅਲ ਟੂ N। ਸੋ N ਇਜ਼ ਇਕੁਅਲ ਟੂ 164/3। ਹੁਣ ਸਾਡੇ ਕੋਲ N ਆ ਗਿਆ 164 ਓਵਰ 3। ਹੁਣ ਅਸੀਂ ਇਹ ਦੱਸਣਾ ਕਿ ਮਤਲਬ ਕਿ N ਜਿਹੜੀ ਨੰਬਰ ਆਫ ਟਰਮ ਸਾਡੇ ਕੋਲ ਕਿੰਨੀਆਂ ਆ ਰਹੀਆਂ ਹਨ। ਦੇਖੋ ਇਸ ਦਾ ਆਨਸਰ ਕੱਢੋਗੇ ਤਾਂ ਤੁਹਾਡੇ ਕੋਲ ਪੁਆਇੰਟਸ ਦੇ ਵਿੱਚ ਜਿਹੜਾ ਆਨਸਰ ਆਵੇਗਾ, ਤੇ ਜਿਹੜੇ ਕਿ AP ਦੀ ਟਰਮ ਹੈ ਸਾਡੇ ਕੋਲ ਕੀ ਹੈ, ਸਾਡੇ ਕੋਲ -150 ਦਿੱਤਾ ਹੋਇਆ ਤਾਂ ਸਾਡੇ ਤੋਂ ਤਾਂ ਇੱਥੇ ਕੋਈ ਆਉਂਦਾ ਹੀ ਨਹੀਂ ਆ। ਸੋ ਇੱਥੇ ਤੁਸੀਂ ਇਹ ਦੇਖਣਾ ਹੈ ਕਿ ਜੇਕਰ ਤੁਹਾਡੇ ਕੋਲ ਐਗਜ਼ੈਕਟ ਆਨਸਰ ਆ ਜਾਂਦਾ ਤਾਂ ਤੁਹਾਡੇ ਕੋਲ ਉਹ ਇਸ ਦੀ ਟਰਮ ਜਿਹੜੀ ਕਿ ਹੋਣੀ ਸੀ। ਠੀਕ ਹੈ। ਸੋ ਇਸ ਤਰ੍ਹਾਂ ਸਾਡੇ ਕੋਲ ਜਿਹੜੀ ਆ ਇਸ ਦੀ ਜਿਹੜੀ ਆ ਟਰਮ ਜਿਹੜੀ -150 ਨਹੀਂ ਹੋਏਗਾ, ਕਿਉਂਕਿ 164 ਨੂੰ ਜਦੋਂ ਤੁਸੀਂ ਡਿਵਾਈਡ ਕਰਦੇ ਹੋ ਤਾਂ ਤੁਹਾਡੇ ਕੋਲ ਆਉਂਦਾ 3 5 15 1 4 3 4 12। ਸੋ ਫਿਰ ਤੁਹਾਡੇ ਕੋਲ ਪੁਆਇੰਟ ਆ ਜਾਂਦਾ ਹੈ। ਸੋ ਅਗਰ ਪੁਆਇੰਟ ਨਾ ਆਉਂਦਾ ਤਾਂ ਤੁਹਾਡੇ ਕੋਲ ਕੋਈ ਨਾ ਕੋਈ ਟਰਮ ਜਿਹੜੀ -150 ਉਸ ਦੀ ਹੋ ਜਾਣੀ ਸੀ। ਸੋ ਇਸ ਲਈ -150 AP ਦਾ ਪਦ ਨਹੀਂ ਹੈ ਜਾਂ ਫਿਰ ਟਰਮ ਨਹੀਂ ਹੈ। ਸੋ ਇਹ ਸੀ ਸਾਡੇ ਕੋਲ ਕੁਐਸਚਨ ਨੰਬਰ 6th। ਤੇ ਹੁਣ ਅਸੀਂ ਆਪਣਾ ਕਰਦੇ ਹਾਂ ਕੁਐਸਚਨ ਨੰਬਰ 7th। ਸੋ ਦੇਖਦੇ ਹਾਂ ਕਿ ਕੁਐਸਚਨ ਨੰਬਰ 7 ਦੇ ਵਿੱਚ ਸਾਡੇ ਕੋਲ ਕੀ ਦਿੱਤਾ ਗਿਆ ਹੈ। ਕੁਐਸਚਨ 7th, ਉਸ AP ਦਾ 31ਵਾਂ ਪਦ ਪਤਾ ਕਰੋ ਜਿਸ ਦਾ 11ਵਾਂ ਪਦ 38 ਅਤੇ 16ਵਾਂ ਪਦ ਮਤਲਬ ਕਿ 16 ਟਰਮ ਜਿਹੜੀ ਸਾਡੇ ਕੋਲ ਹੈ 73 ਹੈ। ਸੋ ਫਾਈਂਡ ਕੀ ਕਰਨਾ ਹੈ ਅਸੀਂ 31st ਟਰਮ ਜਿਹੜੀ ਕਿ ਫਾਈਂਡ ਕਰਨੀ ਹੈ ਅਸੀਂ ਕੁਐਸਚਨ ਦੇ ਵਿੱਚ, ਜਿਸ ਦੇ ਵਿੱਚ ਸਾਡੇ ਕੋਲ ਦੋ ਟਰਮਸ ਜਿਹੜੀਆਂ ਕਿ ਗਿਵਨ ਦਿੱਤੀਆਂ ਗਈਆਂ ਹਨ। ਸੋ ਕਿਹੜੀਆਂ ਨੇ ਉਹ ਦੋ ਟਰਮਸ ਜਿਹੜੀਆਂ ਸਾਡੇ ਕੋਲ ਗਿਵਨ ਦਿੱਤੀਆਂ ਗਈਆਂ ਹਨ। ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਹੀ ਲਿਖਾਂਗੇ 11। ਇਹ 11 ਸਾਡੇ ਕੋਲ ਗਿਵਨ ਹੈ जो है साढ़े को 38। क्लीयर।
ਨਾਲ ਦੀ ਨਾਲ ਸਾਡੇ ਕੋਲ ਦਿੱਤਾ ਗਿਆ ਹੈ A16 ਜੋ ਹੈ ਸਾਡੇ ਕੋਲ 73 ਦਿੱਤਾ ਗਿਆ। ਸੋ A11 ਨੂੰ ਅਸੀਂ ਲਿਖਦੇ ਹਾਂ ਕਿ ਸਾਡੇ ਕੋਲ ਕੀ ਹੁੰਦਾ ਹੈ A ਪਲੱਸ ਅਸੀਂ ਲਾਸਟ ਜਿਹੜੇ ਕੁਐਸਚਨਸ ਕੀਤੇ ਸੀਗੇ 5.2 ਦੇ ਫਸਟ ਜਾਂ ਸੈਕੰਡ ਕੁਐਸਚਨ ਜੋ ਵੀ ਕੀਤੇ ਸੀ ਤਾਂ ਅਸੀਂ ਇਹ ਚੀਜ਼ ਸਿੱਖ ਚੁੱਕੇ ਹਾਂ ਕਿ ਜਿੰਨੀ ਵੀ ਸਾਡੇ ਕੋਲ ਟਰਮ ਫਾਈਂਡ ਕਰਨੀ ਹੋਵੇ ਉਸ ਤੋਂ ਇੱਕ ਘੱਟ ਜਿਹੜਾ D ਹੈ ਸਾਡੇ ਕੋਲ ਉਹ A ਦੇ ਵਿੱਚ ਜਿਹੜਾ ਕਿ ਐਡ ਹੋ ਜਾਂਦਾ ਹੈ। ਸੋ ਸਾਡੇ ਕੋਲ ਆਏਗਾ 11 ਤੋਂ ਇੱਕ ਘੱਟ ਕਿੰਨਾ ਆਏਗਾ 10 ਆ ਜਾਏਗਾ ਨਾ, ਮਤਲਬ ਕਿ 10D। ਸੋ ਇਹ ਬਣ ਗਿਆ ਸਾਡੇ ਕੋਲ ਆਏਗਾ A ਪਲੱਸ 10D ਬਰਾਬਰ ਆ ਜਾਏਗਾ A11 ਕਿੰਨਾ ਹੈ 38। ਸੋ ਸਾਡੇ ਕੋਲ ਇਕੁਏਸ਼ਨ ਰੱਖਾਂਗੇ ਇਸ ਨੂੰ ਫਸਟ, ਫਿਰ ਸਾਡੇ ਕੋਲ A16 ਜਿਹੜਾ ਹੈ ਸਾਡੇ ਕੋਲ ਕੀ ਬਣਦਾ ਹੈ A ਪਲੱਸ 15D। ਸੋ ਇਹ ਸਾਡੇ ਕੋਲ ਆ ਗਿਆ A ਪਲੱਸ 15D ਇਜ਼ ਇਕੁਅਲ ਟੂ 73 ਇਕੁਏਸ਼ਨ ਸੈਕਿੰਡ। ਹੁਣ ਇਹ ਵੀ ਅਸੀਂ ਸਿੱਖਿਆ ਕਿ ਜਦੋਂ ਸਾਡੇ ਕੋਲ ਇਸ ਤਰ੍ਹਾਂ ਦੋ ਇਕੁਏਸ਼ਨਸ ਜਿਹੜੀਆਂ ਕਿ ਬਣ ਜਾਂਦੀਆਂ ਹਨ ਤਾਂ ਅਸੀਂ ਇੱਕ ਮੈਥਡ ਲਗਾਉਂਦੇ ਹਾਂ ਜਿਸ ਦੇ ਵਿੱਚ ਅਸੀਂ ਇੱਕ ਇਕੁਏਸ਼ਨ ਦੇ ਵਿੱਚੋਂ ਦੂਸਰੀ ਇਕੁਏਸ਼ਨ ਨੂੰ ਮਾਈਨਸ ਕਰਦੇ ਹਾਂ ਜਾਂ ਅਸੀਂ ਪਲੱਸ ਕਰਦੇ ਹਾਂ। ਸੋ ਮਾਈਨਸ ਕਦੋਂ ਕਰਨਾ ਹੈ ਜਦੋਂ ਇਕੁਏਸ਼ਨ ਦੇ ਸਾਈਨ ਜਿਹੜੇ ਆ ਸਾਡੇ ਕੋਲ ਸੇਮ ਹੋਣ। ਦੇਖੋ ਇਹ ਵੀ ਪਲੱਸ ਹੈ, ਪਲੱਸ ਵਿੱਚ ਇਕੁਏਸ਼ਨ ਹੈ, ਇਹ ਵੀ ਪਲੱਸ ਵਿੱਚ ਹੈ, ਠੀਕ ਹੈ। ਅਸੀਂ ਕਰਾਂਗੇ ਮਾਈਨਸ। ਸੋ ਸਾਡੇ ਕੋਲ ਆਏਗਾ ਇਕੁਏਸ਼ਨ 2 ਮਾਈਨਸ ਇਕੁਏਸ਼ਨ 1। ਸੋ ਇਕੁਏਸ਼ਨ 2 ਨੂੰ ਸਭ ਤੋਂ ਅਸੀਂ ਉੱਪਰ ਲਿਖਦੇ ਹਾਂ A ਪਲੱਸ 15D ਇਜ਼ ਇਕੁਅਲ ਟੂ 73, A ਪਲੱਸ 10D ਇਜ਼ ਇਕੁਅਲ ਟੂ 38। ਸੋ ਕਰਨਾ ਹੈ ਅਸੀਂ ਮਾਈਨਸ, ਜਿਹੜੀ ਇਕੁਏਸ਼ਨ ਨੀਚੇ ਲਿਖਦੇ ਹਾਂ ਉਸ ਦੇ ਨੀਚੇ ਸਾਈਨ ਜਿਹੜੇ ਅਸੀਂ ਚੇਂਜ ਕਰਨੇ ਹਨ। ਧਿਆਨ ਰੱਖਣਾ ਜਦੋਂ ਮਾਈਨਸ ਕਰਨਾ ਹੈ ਉਸ ਵਕਤ ਹੀ ਤੁਸੀਂ ਜਿਹੜੇ ਸਾਈਨ ਨੇ ਉਹ ਚੇਂਜ ਕਰਨੇ ਹਨ। ਸੋ ਦੇਖੋ A ਪੋਜ਼ਿਟਿਵ ਹੈ, ਇੱਕ ਨੈਗੇਟਿਵ ਹੈ, ਸਾਡੇ ਕੋਲ ਕੈਂਸਲ ਹੋ ਜਾਂਦਾ ਹੈ। ਹੁਣ 15 ਚੋਂ 10 ਮਾਈਨਸ ਕਰ ਦਿਓ, ਸਾਡੇ ਕੋਲ ਆਏਗਾ 5D। ਸੋ ਧਿਆਨ ਰੱਖਣਾ ਜਿੱਥੇ 10 ਪਹਿਲਾਂ ਪਲੱਸ ਦਾ ਸੀ ਉਹ 10 ਹੁਣ ਨੈਗੇਟਿਵ ਦਾ ਹੋ ਗਿਆ ਹੈ, ਠੀਕ ਹੈ। ਸਾਈਨ ਲੱਗਾ ਰਹੇਗਾ ਨਾਲ, ਬਟ ਸਾਡੇ ਕੋਲ ਸਾਈਨ ਜਿਹੜਾ ਉਹ ਮਾਈਨਸ ਨੀਚੇ ਵਾਲਾ ਜਿਹੜਾ ਚੇਂਜ ਕੀਤਾ ਹੈ ਉਹ ਕਾਊਂਟ ਹੋਵੇਗਾ। 5D ਇਜ਼ ਇਕੁਅਲ ਟੂ ਇਸ ਦਾ ਮਾਈਨਸ ਕਰੋ, 6 ਰਹਿ ਗਿਆ ਸਾਡੇ ਕੋਲ, 13 13 ਚੋਂ 8 5 6 ਚੋਂ 3 3 ਆ ਗਿਆ ਸਾਡੇ ਕੋਲ। D ਇਜ਼ ਇਕੁਅਲ ਟੂ 35/5, 5 7 are 35। ਸੋ ਦੇਅਰਫੋਰ ਜਿਹੜਾ ਸਾਡੇ ਕੋਲ D ਆਉਂਦਾ ਹੈ ਉਹ ਇਜ਼ ਇਕੁਅਲ ਟੂ ਆਉਂਦਾ ਹੈ 7। ਸੋ D ਤਾਂ 7 ਆ ਗਿਆ ਸਾਡੇ ਕੋਲ, ਕਲੀਅਰ। ਹੁਣ ਅਸੀਂ ਟਰਮ ਫਾਈਂਡ ਕਰਨੀ ਹੈ 31st। ਧਿਆਨ ਨਾਲ ਸਮਝਣਾ ਹੈ A31 ਟਰਮ ਹੋਏਗੀ ਸਾਡੇ ਕੋਲ A ਪਲੱਸ 30D। ਸੋ ਸਾਡੇ ਕੋਲ ਦੋ ਚੀਜ਼ਾਂ ਹਨ, ਇੱਕ A ਚਾਹੀਦਾ ਹੈ, ਇੱਕ D ਚਾਹੀਦਾ ਹੈ। D ਤਾਂ ਅਸੀਂ ਪ੍ਰਾਪਤ ਕਰ ਚੁੱਕੇ ਹਾਂ, ਠੀਕ ਹੈ। A ਕਿਸ ਤਰ੍ਹਾਂ ਪਤਾ ਕਰਨਾ ਹੈ, D ਬਰਾਬਰ 7 ਨੂੰ 1 ਵਿੱਚ ਭਰੋ। ਸੋ ਪੁੱਟ A D is equal to 7 in 1। ਸੋ ਇਹਨੂੰ ਅਸੀਂ ਪੁੱਟ ਕਰਾਂਗੇ ਇਕੁਏਸ਼ਨ ਫਸਟ ਦੇ ਵਿੱਚ। ਇਹ ਇਕੁਏਸ਼ਨ ਫਸਟ ਹੈ ਸਾਡੇ ਕੋਲ A ਪਲੱਸ 10 ਨਾਲ ਆ ਜਾਏਗਾ D ਦੀ ਜਗ੍ਹਾ 7 ਸਾਡੇ ਕੋਲ 38। ਸੋ 38। ਸੋ ਸਾਡੇ ਕੋਲ A ਕੀ ਆਉਂਦਾ ਹੈ ਦੇਖਦੇ ਹਾਂ, 70 is equal to 38। ਸਾਡੇ ਕੋਲ ਆਉਂਦਾ ਹੈ A is equal to 38 ਮਾਈਨਸ 70। ਸੋ ਮਾਈਨਸ ਕਰਨ ਤੇ ਸਾਡੇ ਕੋਲ ਜਿਹੜਾ A ਹੈ ਕਿੰਨਾ ਪ੍ਰਾਪਤ ਹੁੰਦਾ ਹੈ, 10 ਚੋਂ 8 2 6 ਚੋਂ 3 3 32। ਸੋ ਵੱਡੀ ਸੰਖਿਆ ਮਾਈਨਸ ਵਾਲੀ ਹੈ, ਆਨਸਰ ਕਾ ਆਏਗਾ ਮਾਈਨਸ। ਸੋ ਇਹਦਾ ਮਤਲਬ A ਜਿਹੜਾ ਹੈ ਸਾਡੇ ਕੋਲ ਨੈਗੇਟਿਵ ਦੇ ਵਿੱਚ ਆ ਰਿਹਾ ਹੈ। ਸੋ ਸਾਡੇ ਕੋਲ ਇਹ 31 ਕਿੰਨਾ ਆਏਗਾ 31st ਟਰਮ। A ਕਿੰਨਾ ਹੈ ਸਾਡੇ ਕੋਲ ਮਾਈਨਸ ਦਾ 32 ਪਲੱਸ 30D ਕਿੰਨਾ ਹੈ 7। ਸਾਡੇ ਕੋਲ ਆ ਗਿਆ ਮਾਈਨਸ 32 ਪਲੱਸ 7 0 0 7 3 21। ਸੋ 210 ਚੋਂ ਮਾਈਨਸ ਕਰਾਂਗੇ ਅਸੀਂ 32 8। ਇੱਥੇ ਸਾਡੇ ਕੋਲ ਬਚਦਾ ਹੈ 10 10 ਚੋਂ 3 7 1 ਇੱਥੇ ਆ ਗਿਆ 1 178 ਹੈ ਜੋ ਸਾਡੇ ਕੋਲ 31st ਟਰਮ ਜਿਹੜੀ ਹੈ ਸਾਡੇ ਕੋਲ 31ਵਾਂ ਪਦ ਜਿਹੜਾ ਹੈ ਉਹ ਕਿੰਨਾ ਆ ਜਾਂਦਾ ਹੈ 178। ਸੋ ਕੁਐਸਚਨ ਨੂੰ ਧਿਆਨ ਨਾਲ ਸਮਝਣਾ ਹੈ। ਸਭ ਤੋਂ ਪਹਿਲਾਂ ਜੋ ਵੀ ਗਿਵਨ ਦਿੱਤਾ ਹੈ ਕੁਐਸਚਨ ਦੇ ਵਿੱਚ A11 ਦਿੱਤਾ ਸੀ, A16 ਅਸੀਂ ਉਸ ਨੂੰ ਇੱਕ ਇਕੁਏਸ਼ਨ ਦੀ ਫਾਰਮ ਦੇ ਵਿੱਚ ਲਿਆ, ਦੋਵੇਂ ਇਕੁਏਸ਼ਨ ਨੂੰ ਸੋਲਵ ਕੀਤਾ, ਸੋਲਵ ਕਰਕੇ D ਫਾਈਂਡ ਕੀਤਾ, ਫਿਰ D ਨੂੰ ਇੱਕ ਇਕੁਏਸ਼ਨ 'ਚ ਪੁੱਟ ਕੀਤਾ। ਸੋ 1 or 2 ਵਟਐਵਰ ਤੁਸੀਂ ਕਿਸੇ ਵੀ ਇਕੁਏਸ਼ਨ 'ਚ ਜਿਹੜਾ ਕਿ ਪੁੱਟ ਕਰ ਸਕਦੇ ਹੋ। ਸਾਡੇ ਕੋਲ A ਆ ਗਿਆ -32। ਸੋ A ਨੂੰ ਫਿਰ ਅਸੀਂ ਇਹ 31 ਇਕੁਏਸ਼ਨ ਜਿਹੜੀ ਟਰਮ ਫਾਈਂਡ ਕਰਨੀ ਸੀ ਉਸ ਵਿੱਚ ਪੁੱਟ ਕੀਤਾ, ਅਸੀਂ ਜਿਹੜਾ ਕਿ 31st ਟਰਮ 178 ਫਾਈਂਡ ਕੀਤੀ ਹੈ। ਸੋ ਇਹ ਸੀ ਸਾਡੇ ਕੋਲ ਐਕਸਰਸਾਈਜ਼ 5.2 ਦੇ ਕੁਐਸਚਨ 6th and 7th। ਉਮੀਦ ਕਰਦਾ ਕਿ ਤੁਹਾਨੂੰ ਜਿਹੜੀ ਕਲਾਸ ਵਧੀਆ ਲੱਗੀ ਹੋਵੇਗੀ। ਸੋ ਆਲ ਦੀ ਬੈਸਟ, ਵਧੀਆ ਪੜ੍ਹੋ, ਖੁਸ਼ ਰਹੋ। ਥੈਂਕ ਯੂ। ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ ਆਪਣੇ ਕੁਐਸਚਨ 8 ਦੇ ਨਾਲ।